ਕਥਾ ਰੂਪ ਬਸੰਤ ਦੀ। ਕਥਾ ਸ਼ੁਰੂ ਹੋਈ ਦਵਈਆ ਛੰਦ। ਮਾਲਨ ਕਹੇ ਰੂਪ ਗਏ ਤਾਈ ਸੁਨੋ ਬਾਦਸ਼ਾਹ ਮੇਰੇ। ਕਥਾ ਬਸੰਤ ਰੂਪ ਦੀ ਸਾਰੀ ਕਹਾਂ ਪਾਸ ਮੈਂ ਤੇਰੇ। ਸੰਗਲਦੀਪ ਦੇ ਵਿੱਚ ਵਸਦਾ ਖੜਗ ਸੇਨ ਇੱਕ ਰਾਜਾ। ਰੂਪ ਬਸੰਤ ਪੁੱਤਰ ਤੋਂ ਉਸਦੇ ਸੁਨੋ ਗਰੀਬ ਨਵਾਜਾ। ਚੰਦਰਵੰਸ਼ ਅਰਵਰਨ ਛਤਰੀ ਕਹਾਂ ਹਕੀਕਤ ਸਾਰੀ। ਪਾਰਵਤੀ ਸਮ ਸਤਿਆ ਵਾਲੀ ਖੜਗ ਸੈਨ ਦੀ ਨਾਰੀ। ਰੂਪਵਤੀ ਸੀ ਨਾ ਉਸਦਾ ਸੁਨੋ ਭੂਪ ਬਲਵੰਤਾ। ਉਸਦੇ ਪੈਟੋਂ ਪੈਦਾ ਹੋਏ ਦੋਵੇਂ ਰੂਪ ਬਸੰਤਾ। 11 ਵਰਸ ਬਸੰਤ ਉਮਰ ਦਾ 13 ਰੂਪ ਬਰਾਤਾ। ਰੂਪਾਵਤੀ ਕਾਲਵਸ ਹੋਈ ਉਹਨਾਂ ਦੋਨਾਂ ਦੀ ਮਾਤਾ। ਰੂਪਾਵਤੀ ਨਾਰੀ ਸੀ ਰਾਜਾ ਖੜਗ ਸੈਨ ਨੂੰ ਪਿਆਰੀ। ਸਰਗਵਾਸ ਜਦ ਹੋਈ ਰਾਣੀ ਰੋਵੇ ਸਭ ਨਰ ਨਾਰੀ। ਰੂਪ ਬਸੰਤ ਮਾਰਦੇ ਟਾਹਾਂ ਮਰੀ ਜਿਨ੍ਹਾਂ ਦੀ ਮਾਈ। ਖੜਗ ਸੈਨ ਰੋਵੇ ਨਿਸਵਸਰ ਸੁਧ ਸਭ ਵਿਸਰਾਈ। ਲੱਗੀ ਸਾਂਗ ਸੋਗ ਦੀ ਦਿਲ ਵਿੱਚ ਹਰਦਮ ਰਾਜਾ ਰੋਵੇ। ਨੀਂਦ ਆਰਾਮ ਹਰਾਮ ਹੋ ਗਿਆ ਆਠੋ ਜਾਮ ਨ ਸੋਵੇ। ਰਾਜ ਭਾਗ ਦੀ ਖਬਰ ਨਾ ਕੋਈ ਹਰਦਮ ਰਹੇ ਉਦਾਸੀ। ਹਰਦਮ ਰਾਣੀ ਰਾਣੀ ਕਰਦਾ ਪਈ ਸੋਗ ਦੀ ਫਾਸੀ। ਇਸੀ ਫਿਕਰ ਵਿੱਚ ਖੜਗ ਸੈਨ ਨੇ ਆਪਣਾ ਆਪ ਗਵਾਇਆ। ਚੇਕੜ ਰਲ ਕੇ ਮੀਰ ਵਜ਼ੀਰਾ ਰਾਜੇ ਨੂੰ ਸਮਝਾਇਆ। ਦਿੱਤਾ ਗਿਆਨ ਵਜ਼ੀਰ ਦੀਵਾਨਾ ਹੋਈ ਫੇਰ ਆਬਾਦੀ। ਖੜਗ ਸੈਨ ਨੇ ਕਹੇ ਉਹਨਾਂ ਦੇ ਹੋਰ ਕਰਾ ਲਈ ਸ਼ਾਦੀ। ਇੰਦਰ ਸੈਨ ਇੱਕ ਵਰਨ ਛਤਰੀ ਸੰਗਲਦੀਪ ਦਾ ਆਹੀ। ਉਸਦੀ ਲੜਕੀ ਖੜਗ ਸੈਨ ਨੇ ਦੂਜੀ ਵਾਰ ਵਿਆਹੀ। ਚੰਦਰਵਤੀ ਸੀ ਨਾਮ ਉਸਦਾ ਸੁਨ ਰਾਜਾ ਮਨ ਲਾ ਕੇ। ਕਥਾ ਰੂਪ ਬਸੰਤ ਦੀ ਸਾਰੀ ਕਹਾਂ ਤੁਝੇ ਸਮਝਾ ਕੇ। ਇੱਕ ਦਿਨ ਰੂਪ ਬਸੰਤਾ ਦੋਵੇਂ ਉੱਠ ਕਰ ਗ੍ਰਹਿ ਸਿਧਾਏ। ਚੰਦਰਵਤੀ ਦੇ ਮਹਿਲ ਹੇਠ ਉਹ ਗੇਂਦ ਖੇਡਦੇ ਆਏ। ਗੇਂਦ ਖੇਲਦੇ ਦੋਵੇਂ ਪਾਏ ਲੜਕੇ ਸੰਗ ਮਿਲਾ ਕੇ। ਅਚਨਚੇਤ ਗੇਂਦ ਉਹਨਾਂ ਦੀ ਗਿਰੀ ਮਹਿਲ ਵਿੱਚ ਜਾ ਕੇ। ਗੇਂਦ ਲੈਣ ਨੂੰ ਕੁਮਰ ਬਸੰਤਾ ਉਸੀ ਵਕਤ ਉੱਠ ਤਾਇਆ। ਚੰਦਰਵਤੀ ਮਾਤਾ ਨੂੰ ਉਸਨੇ ਜਾਕਰ ਸ਼ੀਸ਼ ਨਿਵਾਇਆ। ਦੇਖੀ ਸ਼ਕਲ ਬਸੰਤ ਕੁਮਰ ਦੀ ਰਾਣੀ ਹੋਈ ਦੀਵਾਨੀ। ਕੁਮਰ ਉਸਨੂੰ ਮਾਈ ਆਖੇ ਉਹ ਆਖੇ ਦਿਲ ਜਾਨੀ। ਨਾਲ ਖਿਆਲ ਦੇ ਸਮਝੀ ਰਾਜਾ ਆਖਾ ਕੁੱਲ ਕਹਾਣੀ। ਸਕੇ ਪੁੱਤਰ ਪਰ ਧਰਮ ਗਵਾ ਕੇ ਬੈਠ ਗਈ ਉਹ ਰਾਣੀ। ਮਾਤਾ ਭੋਗ ਪੁੱਤਰ ਸੰਗ ਚਾਹੇ ਪਿਆ ਜਗਤ ਅੰਧੇਰਾ। ਦੋਸ਼ ਕਿਸੇ ਨੂੰ ਕੁਛ ਨਹੀਂ ਰਾਜਾ ਕਲਯੁਗ ਪਾਇਆ ਫੇਰਾ। ਰਾਣੀ ਕਹੇ ਬਸੰਤ ਕੁਮਰ ਨੂੰ ਬੈਠ ਪਲੰਗ ਪਰ ਆ ਕੇ। ਨਸ਼ਾ ਕੁਮਰ ਬਸੰਤ ਮਹਿਲ ਚੋ ਖੋਫ ਧਰਮ ਦਾ ਖਾ ਕੇ। ਕੁਮਰ ਬਸੰਤੇ ਨਸ਼ੇ ਜਾਂਦੇ ਨੂੰ ਰਾਣੀ ਵਚਨ ਸੁਨਾਇਆ। ਦਿਲ ਵਿੱਚ ਕਰ ਲੈ ਫਿਕਰ ਪਿਆਰੇ ਕੱਲ ਤੇਰਾ ਉਨ ਆਇਆ। ਇਹ ਗੱਲ ਸੁਣ ਕੇ ਕੁਮਰ ਬਸੰਤਾ ਪਾਸ ਰੂਪ ਦੇ ਆਇਆ। ਪਾਸ ਰੂਪ ਦੇ ਆ ਕੇ ਉਸਨੇ ਰੋ ਰੋ ਹਾਲ ਸੁਨਾਇਆ। ਚੰਦਰਵਤੀ ਦੇ ਪਾਸ ਰਾਤ ਨੂੰ ਖੜਗ ਸੈਨ ਜਦ ਆਇਆ। ਕੋੜ ਵਾਲ ਕੇ ਉਸ ਪਾਪਨ ਨੇ ਰਾਜੇ ਨੂੰ ਸਕਲਾਇਆ। ਕਰਕੇ ਮਕਰ ਫਰੇਬ ਉਸਨੇ ਕੋੜੀ ਤੋਮਤ ਲਾਈ। ਰਾਣੀ ਕਹੇ ਪੁੱਤਰ ਤੇਰੇ ਨੇ ਮੇਰੀ ਸ਼ਰਮ ਗਵਾਈ। ਇਹ ਗੱਲ ਸੁਣ ਕੇ ਖੜਗ ਸੈਨ ਦੇ ਲੱਗੀ ਜਿਗਰ ਕਟਾਰੀ। ਮੱਛੀ ਵਾਂਗ ਤੜਫੇ ਕਿ ਉਸਨੇ ਰਾਤ ਗੁਜ਼ਾਰੀ ਸਾਰੀ। ਬੀਤੀ ਰਹਿਣ ਚੈਨ ਦੇ ਬਾਜੋ ਅੰਮ੍ਰਿਤ ਵੇਲਾ ਹੋਇਆ। ਨਾਲ ਗੁੱਸੇ ਦੇ ਭਰਿਆ ਰਾਜਾ ਪਲੰਗੋ ਉੱਠ ਖਲੋਇਆ। ਉਸੇ ਵਕਤ ਸਭਾ ਵਿੱਚ ਆਇਆ ਦੇਰ ਨਾ ਕੀਤੀ ਰਾਈ। ਚੌਬਦਾਰ ਨੂੰ ਕਤਪੂਬ ਨੇ ਤੁਰਤ ਕਚਹਿਰੀ ਲਾਈ। ਸੁਨਿਆ ਹੁਕਮ ਵਜ਼ੀਰ ਅਮੀਰਾ ਉਸੀ ਵਕਤ ਉੱਠ ਤਾਏ। ਥਰ ਥਰ ਕੰਬਦੇ ਕੰਬਦੇ ਵਿੱਚ ਕਚਹਿਰੀ ਆਏ। ਡਿੱਠਾ ਸ਼ਾਹ ਗਜਬ ਦਾ ਭਰਿਆ ਮੱਥੇ ਤਿਉੜੀਆਂ ਪਾਈਆਂ। ਡਰਦਾ ਕੋਈ ਗੱਲ ਨਾ ਕਰਦਾ ਭੁੱਲ ਗਈਆਂ ਚਤਰਾਈਆਂ। ਚੌਬਦਾਰ ਨੂੰ ਕਿਹਾ ਪੂਬ ਨੇ ਦੇਰ ਨਾ ਹਰਗਿਜ਼ ਲਾਓ। ਰੂਪ ਬਸੰਤ ਦੋਹਾਂ ਕੁਮਰਾਂ ਨੂੰ ਜਲਦੀ ਸੱਦ ਲਿਆਓ। ਦਿੱਤਾ ਹੁਕਮ ਸਖਤ ਰਾਜੇ ਨੇ ਚੌਬਦਾਰ ਉੱਠ ਤਾਏ। ਉਸੇ ਵਕਤ ਬਸੰਤ ਰੂਪ ਨੂੰ ਵਿੱਚ ਦਰਬਾਰ ਲਿਆਏ। ਵਿੱਚ ਦਰਬਾਰ ਦੇ ਦੋਹਾਂ ਕੁਮਰਾਂ ਨੇ ਜਾਕਰ ਸ਼ੀਸ਼ ਨਿਵਾਇਆ। ਦੇਖ ਬਸੰਤ ਕੁਮਰ ਦੀ ਤਰਫੋਂ ਕ੍ਰੋਧ ਭੂਪ ਨੂੰ ਆਇਆ। ਵਾਹ ਬਸੰਤ ਕੁਮਰ ਦੀ ਫੜ ਕੇ ਰਾਜੇ ਕੋਲ ਬਿਠਾਇਆ। ਮਾਰ ਮਾਰ ਕੇ ਬੇਂਤਾ ਉਸਦਾ ਹੋਸ਼ ਹਵਾਸ ਭੁਲਾਇਆ। ਰਤੀ ਸੂਰਤ ਨਾ ਰਹੀ ਕੁਮਰ ਨੂੰ ਪਿਆ ਮੁਰਛਾ ਖਾ ਕੇ। ਉਸੇ ਵੇਲੇ ਕੁਮਰ ਰੂਪ ਨੇ ਕਰੀ ਬੇਨਤੀ ਆ ਕੇ। ਅਰਜਾ ਬਹੁਤ ਰੂਪ ਨੇ ਕਰੀਆਂ ਰਾਜਾ ਸੋਚ ਨਾ ਕਰਦਾ। ਮੀਰ ਵਜ਼ੀਰ ਬੇਨਤੀ ਕਰਦੀ ਹਰਗਿਜ਼ ਚਿੱਤ ਨਾ ਧਰਦਾ। ਜੇ ਕੋਈ ਜਾ ਕੇ ਖੜਗ ਸੈਨ ਨੂੰ ਬਾਤ ਅਕਲ ਦੀ ਆਖੇ। ਉਸੇ ਨੂੰ ਉਹ ਕਤਲ ਕਰਨ ਦਾ ਸੁਖ ਜਵਾਨੋ ਪਾਖੇ। ਮਾਰੀ ਅਕਲ ਭੂਪ ਲਈ ਆ ਕੇ ਦੇਖ ਹੋਣੀ ਦੇ ਚਾਲੇ। ਆਪਣੇ ਹੱਥੀ ਆਪਣਾ ਬੇਟਾ ਕੀਤਾ ਮੌਤ ਹਵਾਲੇ। ਰਾਜੇ ਸਦੇ ਜਲਾਦਾ ਤਾਈ ਇਹੋ ਹੁਕਮ ਚੜਾਇਆ। ਸੂਲੀ ਚਾੜੋ ਇਸ ਦੁਸ਼ਟ ਨੂੰ ਤਰਸ ਜਰਾ ਨਾ ਆਇਆ। ਕੁਮਰ ਬਸੰਤ ਰੋਂਬਦਾ ਬੈਠਾ ਪੇਸ਼ ਨਾ ਕੋਈ ਜਾਵੇ। ਕੁਲ ਮੁਲਾਜ਼ਮ ਅਰਜ਼ਾ ਕਰਦੇ ਰਾਜਾ ਰਹਿਮ ਨਾ ਖਾਵੇ। ਦੂਜੀ ਵਾਰ ਜਲਾਦਾ ਤਾਈ ਕਰੀ ਭੂਪ ਤਕੜਾਈ। ਬੇੜੀ ਪਾਲੀ ਬੇਦਰਦਾ ਨੇ ਦੇਰ ਰਤਾ ਨਾ ਲਾਈ। ਛੇਕੜ ਸ਼ਹਿਰੋਂ ਬਾਹਰ ਜਾਏ ਕੇ ਦੇਵਨ ਲਗੇ ਸੂਲੀ। ਧਰਮ ਵਾਸਤੇ ਕੁਮਰ ਬਸੰਤੇ ਸੂਲੀ ਸੀਸ ਕਬੂਲੀ। ਆਖਰ ਰਾਜੇ ਖੜਗ ਸੈਨ ਨੇ ਸੂਲੀ ਜਾ ਕਢਵਾਈ। ਟੋਟੇ ਚਾਰ ਹੋਈ ਸੂਲੀ ਟੁੱਟ ਸੂਲੀ। ਹੋਇਆ ਧਰਮ ਸਹਾਈ। ਦੂਜੀ ਵਾਰ ਗੜੀ ਫਿਰ ਸੂਲੀ। ਰਾਜੇ ਤਰਸ ਨਾ ਕੀਤਾ। ਕੁਮਰ ਬਸੰਤੇ ਇਕਦਮ ਹੋ ਕੇ ਇੱਕ ਮਨ ਹੋ ਕੇ ਨਾਮ
ਰਾਮ ਦਾ ਲੀਤਾ। ਜਦੋਂ ਜਲਾਦ ਬਸੰਤ ਕੰਵਰ ਨੂੰ ਸੂਲੀ ਪਾਸ ਲਿਆਏ, ਉਸੇ ਵਕਤ ਰੂਪ ਦੇ ਰਾਜਾ ਨੈਣ ਨੀਰ ਭਰਿਆਏ। ਆਖੇ ਰੂਪ ਜਲਾਦਾ ਤਾਈ ਮੇਰਾ ਸ਼ੀਸ਼ ਉਤਾਰੋ, ਪਹਿਲਾ ਜਾਨ ਮੁਕਾਓ ਮੇਰੀ ਫੇਰ ਵੀਰ ਨੂੰ ਮਾਰੋ। ਫੜ ਕੇ ਬਾਂਹ ਜਲਾਦਾ ਸੰਧੀ ਸ਼ੋਰ ਰੂਪ ਨੇ ਪਾਇਆ, ਆਕੇ ਕੁਲ ਸ਼ਹਿਰ ਨੇ ਰਾਜਾ ਖੜਗ ਸੈਨ ਸਮਝਾਇਆ। ਕਰੀ ਕਮਰ ਦੀ ਰਚਿਆ ਹਰ ਨੇ ਦਿਆ ਪੂਪ ਨੂੰ ਆਈ, ਬਨੋਬਾਸ ਦਾ ਹੁਕਮ ਚੜਾਇਆ ਹੋਏ ਰਾਮ ਸਹਾਈ। ਧਰਮਚੰਦ ਤੋਂ ਕੋੜੇ ਲੈ ਕੇ ਕਰ ਲਈ ਤੁਰਤ ਤਿਆਰੀ, ਕੌਣ ਉਹਨਾਂ ਨੂੰ ਮਾਰੇ ਰਾਜਾ ਜਿਨਕੇ ਮੀਤ ਮੁਰਾਰੀ। ਬਨੋਬਾਸ ਨੂੰ ਰੂਪ ਬਸੰਤਾ ਤੁਰ ਪਏ ਦੋਵੇਂ ਰਲ ਕੇ, ਇਤਨੀ ਕਥਾ ਕਹੀ ਅਜ ਰਾਜਾ ਹੋਰ ਕਹੂੰਗੀ ਪਲਕੇ। ਜਦ ਮਾਲਨ ਨੇ ਨਾਮ ਪਲਕ ਦਾ ਮੂੰਹੋਂ ਆਖ ਸੁਨਾਇਆ, ਉਸੇ ਵਕਤ ਰੂਪ ਦੇ ਯਾਰੋ ਨੈਣ ਨੀਰ ਭਰਿਆਇਆ। ਉਸੇ ਵਕਤ ਖਜ਼ਾਨੇ ਵਿੱਚੋਂ ਤੋੜਾ ਇੱਕ ਮੰਗਵਾਇਆ, ਆਪਣੇ ਹੱਥੀ ਆਪ ਰੂਪ ਨੇ ਮਾਲਨ ਨੂੰ ਪਕੜਾਇਆ। 1000 ਰੁਪਈਆ ਬਖਸ਼ ਦਾ ਪਾਸ ਤੇਰੇ ਮੈਂ ਧਰਿਆ, ਅਗਲੀ ਕਥਾ ਆਖ ਹੁਣ ਬੀਬੀ ਹੁਕਮ ਰੂਪ ਨੇ ਕਰਿਆ। ਉਸੇ ਵੇਲੇ ਕੁਮਰ ਬਸੰਤੇ ਮਾਲੀ ਨੂੰ ਸਦਵਾ ਕੇ, ਤੋੜਾ ਦਸਤ ਫੜਾਇਆ ਉਸਤੇ ਆਪ ਕੁਮਰ ਨੇ ਚਾਕੇ। ਸੋਮਦੱਤ ਮਾਲੀ ਨੇ ਯਾਰੋ ਲੱਖ ਲੱਖ ਖੁਸ਼ੀ ਗੁਜ਼ਾਰੀ, ਉਸੇ ਵਕਤ ਬਸੰਤ ਕੁਮਰ ਨੇ ਕਰੀ ਕਥਾ ਦੀ ਤਿਆਰੀ। ਮਾਲਨ ਕਹੇ ਤਿਆਰ ਕਰ ਰਾਜਾ ਮੈਂ ਤੈਨੂੰ ਸਮਝਾਵਾਂ, ਬਨੋਬਾਸ ਦਾ ਹਾਲ ਤੁਝੇ ਮੈਂ ਸਾਰਾ ਆਖ ਸੁਣਾਵਾਂ। ਜੋ ਜੋ ਕਸ਼ਟ ਬਸੰਤ ਰੂਪ ਨੇ ਬਨੋਬਾਸ ਵਿੱਚ ਪਾਏ, ਸਾਰੇ ਕਸ਼ਟ ਉਹਨਾਂ ਦੇ ਮੈਥੋਂ ਜਾਂਦੇ ਨਹੀਂ ਸੁਨਾਏ। 25 ਕੋਸ ਮੰਜ਼ਲ ਨਿਤ ਕਰਦੇ ਵਿੱਚ ਬਾਰਦੇ ਆਏ, ਕੋਮਲ ਬਦਨ ਦੋਹਾਂ ਕੁਮਰਾਂ ਦੇ ਪੁਸ਼ਪ ਵਾਂਗ ਕੁਮਲਾਏ। ਬੰਦਾ ਕੋਈ ਨਜ਼ਰ ਨਾ ਆਵੇ ਫਿਰਦੇ ਵਿੱਚ ਉਜਾੜਾ, 20 ਰੋਜ਼ ਦੇ ਬਾਅਦ ਨੇ ਪੋ ਆਏ ਵਿੱਚ ਪਹਾੜਾ ਦੋਹਾਂ ਕੁਮਰਾਂ ਨੇ ਦਰਸ ਰਿਖੀ ਦੇ ਤਾਏ। ਰਾਤ ਰਿਖੀ ਦੇ ਪਾਸ ਗੁਜ਼ਾਰੀ ਸੁਬਹ ਵਕਤ ਉਠਤਾਏ, 12 ਕੋਸ ਮੰਜ਼ਲ ਨਿਤ ਕਰਦੇ ਖੜਗ ਸੈਨ ਦੇ ਜਾਏ। ਮਤਲਬ ਵਰਸ ਦੇ ਅੰਦਰ ਦੇਸ਼ ਮਿਸਰ ਵਿੱਚ ਆਏ, 18 ਕੋਸ ਮਿਸਰ ਦੇ ਸ਼ਹਿਰੋਂ ਰਾਤ ਉਹਨਾਂ ਨੂੰ ਆਈ। ਇੱਕ ਪਿੱਪਲ ਦੇ ਹੇਠ ਦੋਹਾਂ ਨੇ ਆਸਨ ਦੀਏ ਲਗਾਈ, 4 ਚਪੇੜ ਉਜਾਰ ਦਿਸੀ ਮੇ ਰਾਤ ਅੰਧੇਰੀ ਛਾਈ। ਕੁਮਰ ਬਸੰਤ ਦੇਵ ਦਾ ਪਹਿਰਾ ਦਿਲ ਵਿੱਚ ਫਿਕਰ ਨਾ ਕਾਈ, ਸਵਾ ਪਹਿਰ ਦੇ ਤੜਕੇ ਉਸਨੇ ਪਾਈ ਰੂਪ ਜਗਾਇਆ। ਅੱਗੇ ਹਾਲ ਸੁਣੋ ਅਬ ਰਾਜਾ ਜੋ ਰੱਬ ਖੇਲ ਰਚਾਇਆ। ਆਏ ਰੋਜ਼ ਜੁਦਾਈ ਵਾਲੇ ਪਾਵੀ ਹਰ ਵਰਤਾਈ, ਸਵਾ ਪੈਰ ਦੇ ਤੜਕੇ ਸ਼ਾਹ ਨੀਂਦ ਦੋਹਾਂ ਨੂੰ ਆਈ। ਜ਼ਹਿਰੀਲੀ ਸਰਬ ਰਹੇ ਇਕੋਤੇ ਰੰਗ ਸੁਨਹਿਰੀ ਆਹਾ, ਸੁੱਤੇ ਪਏ ਬਸੰਤ ਕੁਮਰ ਦੇ ਸਾਂਸ ਖਿਚੇ ਉਹ ਸਾਹਾ। ਕੁਮਰ ਬਸੰਤ ਮ੍ਰਿਤ ਹੋ ਗਿਆ ਰਹਿ ਗਿਆ ਰੂਪ ਅਕੇਲਾ, ਰੂਪ ਜਗਾਵੇ ਵੀਰਨ ਤਾਈ ਹੋਇਆ ਅੰਮ੍ਰਿਤ ਵੇਲਾ। ਰੂਪ ਕੁਮਰ ਨੂੰ ਲਗਾ ਜਗਾਵਨ ਪਾਸ ਉਸਦੇ ਜਾ ਕੇ, ਮ੍ਰਿਤਕ ਲੋਥ ਨਜ਼ਰ ਜਦੀ ਆਈ ਬੈਠਾ ਹੋਸ਼ ਭੁਲਾ ਕੇ। ਬੈਠਾ ਰੂਪ ਲੋਥ ਦੇ ਕੋਲੇ ਰੋ ਰੋ ਨੈਣ ਬਹਾਵੇ, ਐਸੇ ਤਰ੍ਹਾਂ ਲੇਖ ਸੀ ਉਸਦਾ ਪਾਣਾ ਕੌਣ ਮਿਟਾਵੇ। ਚੇਕਟ ਰੂਪ ਕਫਨ ਦੀ ਖਾਤਰ ਸ਼ਹਿਰ ਮਿਸ਼ਰ ਨੂੰ ਤਾਇਆ, ਜਾਗੇ ਭਾਗ ਰੂਪ ਦੇ ਉਸਨੇ ਰਾਜ ਮਿਸ਼ਰ ਦਾ ਪਾਇਆ। ਉਸਨੂੰ ਤਖਤ ਮਿਸ਼ਰ ਦਾ ਮਿਲਿਆ ਦਿਆਲ ਪੇ ਭਗਵੰਤਾ, ਰੂਪ ਮਿਸ਼ਰ ਦਾ ਰਾਜ ਕਮਾਵੇ ਬਨ ਵਿੱਚ ਪਿਆ ਬਸੰਤਾ। ਮੰਗਲਨਾਥ ਸਿੱਧਿਕ ਜੋਤੀ ਸੱਚਾ ਜੋਗ ਕਮਾਵੇ, ਵਿੱਚ ਬਾਰ ਦੇ ਕੁਟੀਆ ਉਸਦੀ ਧਿਆਨ ਹਰੀ ਦਾ ਲਾਵੇ। ਮੰਗਲਨਾਥ ਕੁਟੀ ਨੂੰ ਤਜ ਕੇ ਸੈਰ ਕਰਨ ਨੂੰ ਤਾਇਆ, ਜਿੱਥੇ ਕਮਰ ਬਸੰਤ ਪਿਆ ਸੀ ਉਸ ਜਗ੍ਹਾ ਪਰ ਆਇਆ। ਮਾਲਨ ਕੇ ਖਿਆਲ ਕਰ ਰਾਜਾ ਦਿਆਲ ਪੇ ਰਘੁਰਾਈ, ਉਸ ਨਾਥ ਨੇ ਆਨ ਕਮਰ ਪਰ ਦ੍ਰਿਸ਼ਟ ਦਿਆ ਦੀ ਪਾਈ। ਡਿਠਾ ਕੁਮਰ ਸਰਬਦਾ ਮਰਿਆ ਰਹਿਮਨਾਥ ਨੂੰ ਆਇਆ, ਮੰਤਰ ਪੜ ਕੇ ਉਸ ਨਾਥ ਨੇ ਮੋਇਆ ਕੁਮਰ ਜਵਾਇਆ। ਉਡਦੇ ਸਾਰ ਬਸੰਤ ਕੁਮਰ ਨੂੰ ਨਾਥ ਦ੍ਰਿਸ਼ਟ ਵਿੱਚ ਆਇਆ, ਦੋਵੇਂ ਦਸਤ ਜੋੜ ਕੇ ਉਸਨੇ ਚਰਨੀ ਸ਼ੀਸ਼ ਲਗਾਇਆ। ਪੁੱਛੇ ਕੁਮਰ ਬਸੰਤ ਨਾਥ ਨੂੰ ਕਹਾਂ ਗਿਆ ਮਮ ਭਾਈ, ਮੰਗਲ ਨਾਥ ਆਖਦਾ ਬੇਟਾ ਹਮਕੋ ਖਬਰ ਨ ਕਾਈ। ਆਖੇ ਮੰਗਲ ਨਾਥ ਕੁਮਰ ਨੂੰ ਕਿਵੇਂ ਬਾਰ ਵਿੱਚ ਆਇਆ, ਕੌਣ ਤੁਮਾਰਾ ਜਾਤ ਵਰਨ ਹੈ ਕਹਾਂ ਜਨਮ ਤੈ ਪਾਇਆ। ਕੁਮਰ ਬਸੰਤੇ ਹਾਲਤੀ ਆਪਣੀ ਸਾਰੀ ਆਖ ਸੁਣਾਈ, ਸੁਣ ਕੇ ਹਾਲ ਬਸੰਤ ਕੁਮਰ ਦਾ ਦਿਆ ਨਾਥ ਨੂੰ ਆਈ। ਲੇਕਰ ਸਾਧ ਬਸੰਤ ਕੁਮਰ ਨੂੰ ਨਾਥ ਕੁਟੀ ਪਰ ਆਇਆ, ਜੋ ਕੁਝ ਲਿਖਿਆ ਅੰਕ ਵਿਦਾਤਾ ਮਿਟਦਾ ਨਹੀਂ ਮਿਟਾਇਆ। ਕੁਮਰ ਬਸੰਤ ਪਾਸ ਨਾਥ ਦੇ ਲੱਗਾ ਕਰਨ ਗੁਜ਼ਾਰਾ, ਫਲ ਫੁਲ ਖਾ ਕੇ ਸ਼ੁਕਰ ਗੁਜ਼ਾਰੇ ਹਰ ਕਾ ਭਗਤ ਪਿਆਰਾ। ਦਿਨੇ ਸ਼ਿਕਾਰ ਬਾਰ ਵਿੱਚ ਖੇਲੇ ਹੁਕਮਨਾਥ ਦਾ ਪਾ ਕੇ, ਰਾਤੀ ਕਰੇ ਨਾਥ ਦੀ ਸੇਵਾ ਪ੍ਰੇਮ ਸਹਿਤ ਚਿਤ ਲਾ ਕੇ। 5 ਸਾਲ ਉਸ ਪਾਤਨਾਥ ਦੇ ਐਸੇ ਤਰ੍ਹਾਂ ਲੰਘਾਏ, 5 ਵਰਸ ਦੇ ਬਾਜ ਕੁਮਰ ਪਰ ਰੋਜ਼ ਕਸ਼ਟ ਦੇ ਆਏ। ਇੱਕ ਦਿਨ ਕੁਮਰ ਸ਼ਿੰਗਾਰ ਵਾਸਤੇ ਵਕਤ ਦੁਪਹਿਰੇ ਤਾਇਆ, ਲੈ ਕੇ ਆਗਿਆ ਨਾਥ ਸਾਹਿਬ ਦੀ ਵਿੱਚ ਜੰਗਲ ਦੇ ਆਇਆ। ਉਸ ਦਿਨ ਕੁਮਰ ਬਸੰਤ ਦੇ ਉੱਤੇ ਪਾਵੀ ਹਰ ਵਰਤਾਈ, ਵਿੱਚ ਜੰਗਲ ਦੇ ਉਸ ਦਿਨ ਸ਼ਾਹ ਸਖਤ ਅੰਧੇਰੀ ਆਈ। ਉਤੋਂ ਵਕਤ ਸ਼ਾਮ ਦਾ ਹੋਇਆ ਨਜ਼ਰ ਸ਼ਿਕਾਰ ਨਾ ਆਵੇ, ਬੈਠਾ ਕੁਮਰ ਬ੍ਰਿਸ਼ ਦੇ ਹੇਠਾਂ ਹਰ ਦਾ ਨਾਮ ਧਿਆਵੇ। ਸੰਧਿਆ ਕਾਲ ਵਕਤ ਜਦ ਹੋਇਆ ਸ਼ੇਰ ਜੰਗਲ ਵਿੱਚ ਆਇਆ, ਉਸ ਸ਼ੇਰ ਦੇ ਮਗਰ ਰਾਜਿਆ ਕੋੜਾ ਕੁਮਰ ਦੌੜਾਇਆ। ਅੱਗੇ ਸ਼ੇਰ ਪਿੱਛੇ ਸ਼ਹਿਜ਼ਾਦਾ बीच जंगल ਦੇ ਫਿਰਦੇ, ਇਸੀ ਤੌਰ ਸੇ ਦੋਵੇਂ ਦੌੜੇ ਨਿਕਟ ਆਏ ਮਿਸ਼ਰ ਦੇ। ਅੱਧੀ ਰਾਤ ਬੀਤ ਗਈ ਉਸਨੂੰ ਸ਼ਹਿਰ ਨਜ਼ਰ ਨਾ ਆਇਆ, ਉਸੇ ਵੇਲੇ ਕੁਮਰ ਬਸੰਤਾ ਸ਼ਹਿਰ ਮਿਸ਼ਰ ਨੂੰ ਤਾਇਆ।
ਆਇਆ ਕੁਮਰ ਸ਼ਹਿਰ ਨੂੰ ਸ਼ਾਹ, ਬੰਦ ਹੋਏ ਦਰਵਾਜੇ, ਪਹਿਰੇ ਵਾਲੇ ਚੌਕੀਦਾਰ ਨੂੰ ਮਾਰੇ ਉਸ ਆਵਾਜ਼ੇ। ਚੌਕੀਦਾਰ ਦੁਸ਼ਟ ਨੂੰ ਉਹਨੇ ਕਈ ਆਵਾਜ਼ੇ ਮਾਰੇ, ਚੌਕੀਦਾਰ ਬਸੰਤ ਕੁਮਰ ਨੂੰ ਅੰਦਰ ਖੜਾ ਉਚਾਰੇ। ਅੱਧੀ ਰਾਤ ਸ਼ਹਿਰ ਸਾਡੇ ਪਵੇ ਸ਼ੇਰੀ ਕ ਪਿਆਰਾ, ਇਸੇ ਲਈ ਖੌਫ ਹੈ ਮੈਨੂੰ ਬੂਹਾ ਮੂਲ ਨਾ ਖੋਲਾਂ। ਬਾਦਸ਼ਾਹ ਦਾ ਹੁਕਮ ਸਖਤ ਹੈ, ਇਸ ਗਲੋਂ ਮੈਂ ਡੋਲਾਂ। ਇਹ ਗੱਲ ਸੁਣ ਕੇ ਕੁਮਰ ਬਸੰਤੇ ਡੇਰਾ ਬਾਹਰ ਲਗਾਇਆ, ਉਸੇ ਵੇਲੇ ਵੇਖ ਕੁਮਰ ਨੂੰ ਸ਼ੇਰ ਗਰਜਦਾ ਆਇਆ। ਕੁਮਰ ਬਸੰਤ ਦੇਖ ਸ਼ੇਰ ਨੂੰ ਜਰਾ ਖੌਫ ਨਾ ਖਾਂਦਾ, ਫੜ ਕੇ ਤੇਗ ਦਸਤ ਵਿੱਚ ਨੰਗੀ ਸ਼ੇਰ ਸਾਹਮਣੇ ਜਾਂਦਾ। ਲੈ ਕੇ ਨਾਮ ਰਾਮ ਦਾ ਉਸਨੇ ਚਟ ਤਲਵਾਰ ਚਲਾਈ, ਟੋਟੇ 4 ਸ਼ੇਰ ਦੇ ਕੀਤੇ ਜਰਾ ਦੇਰ ਨਾ ਲਾਈ। ਕੁਮਰ ਬਸੰਤਾ ਮਾਰ ਸ਼ੇਰ ਨੂੰ ਖੁਸ਼ ਦਿਲ ਹੋ ਕੇ ਸੋਇਆ, ਚੌਕੀਦਾਰ ਵੇਖ ਕੇ ਉਸਨੂੰ ਤੁਰਤ ਰਵਾਨਾ ਹੋਇਆ। ਚੌਕੀਦਾਰ ਨੇ ਕੋਤਵਾਲ ਨੂੰ ਹਾਲ ਸੁਣਾਇਆ ਜਾ ਕੇ, ਮੋਇਆ ਸ਼ੇਰ ਦਿਖਿਆ ਰਾਜਾ ਕੋਤਵਾਲ ਨੇ ਆ ਕੇ। ਕੋਤਵਾਲ ਜ਼ਾਲਮ ਨੂੰ ਸ਼ਾਹ ਸ਼ੇਰ ਨਜ਼ਰ ਜਾ ਆਇਆ, ਲੋਭ ਵਾਸਤੇ ਉਸ ਪਵੀ ਨੇ ਧਰਮ ਈਮਾਨ ਗਵਾਇਆ। ਚੌਕੀਦਾਰ ਤੇ ਕੋਤਵਾਲ ਨੇ ਰਲ ਕੇ ਕਾਤ ਕਮਾਇਆ, ਦੇਖੋ ਜ਼ਾਲਮ ਕੋਤਵਾਲ ਨੂੰ ਜਰਾ ਰਹਿਮ ਨਾ ਆਇਆ। ਖੌਫ ਰਾਮ ਦਾ ਜਰਾ ਨਾ ਕੀਤਾ, ਦਿਲ ਤੇ ਦਿਆ ਵਿਸਾਰੀ, ਸੁੱਤੇ ਪਏ ਬਸੰਤ ਕੁਮਰ ਦੇ ਤੇਗ ਧੁਨ ਪਰ ਮਾਰੀ। ਦੋਵੇਂ ਦੁਸ਼ਟ ਮਾਰ ਕੇ ਉਸਨੂੰ ਸ਼ਹਿਰੋਂ ਬਾਹਰ ਸੁਟਾਏ, ਦਿਨ ਹੋਇਆ ਤਾਂ ਸ਼ੇਰ ਉਠਾ ਕੇ ਪਾਸ ਰੂਪ ਦੇ ਲਿਆਏ। ਤੇਥੋਂ ਲਿਆ ਇਨਾਮ ਉਹਨਾਂ ਨੇ ਕਰਕੇ ਕਾਤ ਕੁਮਰ ਦਾ, ਹੁਣ ਤੂੰ ਕਰ ਲੈ ਨਾਲ ਉਹਨਾਂ ਦੇ ਜੋ ਕੁਝ ਤੇਥੋਂ ਸਰਦਾ। ਇਸ ਬਾਤ ਨੂੰ ਗੁਜਰੇ ਰਾਜਾ ਪੂਰੇ 24 ਮਹੀਨੇ, ਇਤਨੀ ਬਾਤ ਸੁਣ ਕੇ ਪਾਤ ਰੂਪ ਦੇ ਲੱਗੀ ਕਟਾਰੀ ਸੀਨੇ। ਸੁਣ ਕੇ ਮੌਤ ਬਸੰਤ ਵੀਰ ਦੀ ਲੱਗੀ ਜਿਗਰ ਵਿੱਚ ਘਾਤੀ, ਤੇ ਕੋਤਵਾਲ ਚੌਕੀਦਾਰ ਦੀ ਧੜਕਣ ਲੱਗ ਪਈ ਛਾਤੀ। ਦਿੱਤਾ ਹੁਕਮ ਸਖਤ ਰਾਜੇ ਨੇ ਜਰਾ ਦੇਰ ਨਾ ਲਾਈ, ਕੋਤਵਾਲ ਤੇ ਚੌਕੀਦਾਰ ਨੂੰ ਚਟ ਹੱਥਕੜੀ ਲਗਾਈ। ਦੋਵੇਂ ਜ਼ਾਲਮ ਉਸੇ ਵੇਲੇ ਹਵਾਲਾਤ ਵਿੱਚ ਘੇਰੇ, ਉਸੇ ਵਕਤ ਪੁਲਿਸ ਦਾ ਪਹਿਰਾ ਲਾਇਆ 4 ਚੁਪੇਰੇ। ਸੁਣ ਕੇ ਕਾਤ ਵੀਰ ਦਾ ਮੇਰੇ ਨੀਰ ਨੇਤਰੀ ਭਰਿਆ, ਅਗਲੀ ਕਥਾ ਕਹੋ ਹੁਣ ਬੀਬੀ ਹੁਕਮ ਰੂਪ ਨੇ ਕਰਿਆ। ਸੁਣ ਕੇ ਤੇਰੀ ਗੱਲ ਮਲ ਨੇ ਪਾਂਬੜ ਦਿਲ ਵਿੱਚ ਮਚਿਆ, ਜਲਦੀ ਆਖ ਭਰਾਤਾ ਮੇਰਾ ਫੌਤ ਹੋਇਆ ਕਿ ਬਚਿਆ। ਮਾਲਨ ਕਹੇ ਸਬਰ ਕਰ ਰਾਜਾ ਹਰ ਕੇ ਖੇਲ ਨਿਆਰੇ, ਜਿਨ ਕੋ ਰਾਖੇ ਆਪ ਨਰਾਇਣ ਕੌਣ ਉਹਨਾਂ ਨੂੰ ਮਾਰੇ। ਇਤਨੀ ਸੁਣ ਕੇ ਬਾਤ ਰੂਪ ਦੇ ਸ਼ਾਂਤ ਦਿਲੇ ਵਿੱਚ ਆਈ, ਲੈ ਕੇ ਆਗਿਆ ਮਾਲਨ ਨੇ ਫਿਰ ਅਗਲੀ ਕਥਾ ਚਲਾਈ। ਮਾਲਨ ਕਹੇ ਰੂਪ ਦੇ ਤਾਈ ਸੁਨ ਰਾਜਾ ਗਲ ਮੇਰੀ, ਕਥਾ ਬਸੰਤ ਕੁਮਰ ਦੀ ਆਖਾ ਤਬ ਤੁਬ ਜਾਵਾਂ ਤੇਰੀ। ਆਪਣੇ ਜਾਣੇ ਕੋਤਵਾਲ ਨੇ ਜਾਨੋਂ ਮਾਰ ਮੁਕਾਇਆ, ਸਾਸੋ ਉਸ ਵਿੱਚ ਹੈਸਨ ਸ਼ਾਹ ਵਿੱਚ ਜੰਗਲ ਸੁਟਿਆਇਆ। ਹਰ ਬੇਅੰਤ ਅਨੰਤ ਸੁਆਮੀ ਲਖੀ ਨ ਜਾਵੇ ਲੀਲਾ, ਜਿਸ ਪਰ ਕਿਰਪਾ ਕਰੇ ਰਾਮ ਜੀ ਤੁਰਤ ਬਣਾਵੇ ਹੀਲਾ। ਲਾਲੂ ਨਾਮ ਮਿਸ਼ਰ ਦਾ ਵਾਸੀ ਜਾਤ ਕੁਮਿਆਰਾ ਸਦਾਵੇ, ਜਿੱਥੇ ਕੁਮਰ ਬਸੰਤ ਪਿਆ ਸੀ ਉਸ ਜੰਗਲ ਵਿੱਚ ਜਾਵੇ। ਮਿੱਟੀ ਲੈਣ ਗਿਆ ਕੁਮਿਆਰਾ ਰਬ ਤਦਬੀਰ ਬਣਾਈ, ਲੋਤ ਬਸੰਤ ਕੁਮਰ ਦੀ ਸ਼ਾਹ ਨਜ਼ਰ ਉਸ ਨੂੰ ਆਈ। ਡਿੱਠਾ ਕੁਮਰ ਤੜਫਦਾ ਉਸਨੇ ਰਹਿਮ ਉਸ ਨੂੰ ਆਇਆ, ਉਸੇ ਵਕਤ ਉਠਾ ਕੇ ਲਾਲੂ ਆਪਣੇ ਘਰੇ ਲਿਆਇਆ। ਘਰੇ ਲਿਆ ਕੇ ਲਾਲੂ ਨੇ ਫਿਰ ਬਰਮ ਪੱਟੀ ਲਾਈ, 8ਵੇਂ ਰੋਜ਼ ਬਸੰਤ ਕੁਮਰ ਨੂੰ ਹੋਸ਼ ਨਵੇਂ ਸਿਰ ਆਈ ਸੂਰਤ ਬਸੰਤ ਕੁਮਰ ਨੂੰ ਸ਼ੁਕਰ ਮਨਾਵੇ ਲਾਲੂ। ਕੌਣ ਉਸ ਨੂੰ ਮਾਰੇ ਸ਼ਾਹ ਜਿਸ ਪਰ ਰਾਮ ਦਿਆਲੂ, ਲਾਲੂ ਬਾਂਗ ਪੁੱਤਰਾ ਉਸ ਦੀ ਖਿਦਮਤ ਬਹੁਤ ਕਮਾਈ, ਕਰਮ ਲੇਖ ਹੈ ਪਰਵਲ ਰਾਜਾ ਮਿਟਦੀ ਨਹੀਂ ਮਿਠਾਈ। 8 ਰੋਜ਼ ਉਸ ਘਰ ਲਾਲੂ ਦੇ ਸੁਖ ਦੇ ਨਾਲ ਲੰਘਾਏ, ਇਸ ਦੇ ਬਾਅਦ ਕੁਮਰ ਪਰ ਸ਼ਾਹ ਫੇਰ ਸਖਤ ਦਿਨ ਆਏ। ਇੱਕ ਦਿਨ ਕੁਮਰ ਬਾਜ਼ਾਰ ਮਿਸ਼ਰ ਦੇ ਸੈਰ ਕਰਨ ਨੂੰ ਆਇਆ, ਕਿਵੇਂ ਰੂਪ ਦਾ ਦਰਸ਼ਨ ਹੋਵੇ ਦਿਲ ਵਿੱਚ ਮਤਾ ਪੁਕਾਇਆ। ਕਰਦਾ ਸੈਰ ਬਾਜ਼ਾਰ ਮਿਸ਼ਰ ਦੀ ਬੀਚ ਚੌਂਕ ਦੀ ਆਵੇ, ਕੋਤਵਾਲ ਵੀ ਆਇਆ ਉੱਥੇ ਹੋਣੀ ਮੇਲ ਕਰਾਵੇ। ਕੋਤਵਾਲ ਨੇ ਕੁਮਰ ਬਸੰਤਾ ਤੁਰਤ ਪਛਾਣ ਲਿਆ ਸੀ, ਜ਼ਖਮ ਧੋਣ ਦਾ ਦੇਖ ਦੁਸ਼ਟ ਦੇ ਦਿਲ ਵਿੱਚ ਭਰਮ ਪਿਆ ਸੀ। ਉਸੇ ਵਕਤ ਲੈ ਆਇਆ ਜ਼ਾਲਮ ਕੰਜਰੀ ਨੂੰ ਸਿਖਲਾ ਕੇ, ਕੰਜਰੀ ਨੇ ਬਸੰਤ ਕੁਮਰ ਦੀ ਤੁਰਤ ਪਕੜ ਲਈ ਆ ਕੇ। ਫੜ ਕੇ ਬਸੰਤ ਕੁਮਰ ਦੀ ਕੰਜਰੀ ਸ਼ੋਰ ਮਚਾਇਆ, ਆਖ ਕੰਜਰੀ ਰਾਤ ਇਸ ਨੇ ਮੇਰਾ ਹਾਰ ਚੁਰਾਇਆ। ਆ ਕੇ ਜ਼ਾਲਮ ਕੋਤਵਾਲ ਨੇ ਜਰਾ ਦੇਰ ਨਾ ਲਾਈ, ਉਸੇ ਵਕਤ ਬਸੰਤ ਕੁਮਰ ਦੇ ਹੱਥ ਕੜੀ ਲਗਾਈ। ਪਾਪੀ ਕੋਤਵਾਲ ਨੂੰ ਸ਼ਾਹ ਜਰਾ ਖੌਫ ਨਾ ਆਇਆ, ਬਿਨਾਂ ਗੁਨਾਹੋਂ ਫੜ ਕੇ ਉਸਨੇ ਕੁਮਰ ਕੈਦ ਵਿੱਚ ਪਾਇਆ। ਹੱਥ ਕੜੀ ਪੈਰ ਵਿੱਚ ਬੇੜੀ ਤੋਕ ਗਲੇ ਵਿੱਚ ਪਾਵੇ, 12 ਸਾਰ ਕੁਮਰ ਦੇ ਕੋਲੋਂ ਆਟਾ ਰੋਜ਼ ਪਿਆਵੇ। 8 ਪਹਿਰ ਦੇ ਬਾਅਦ ਕੁਮਰ ਨੂੰ ਉਹ ਕੋਤਵਾਲ ਮੁਕਾਲਾ, ਇੱਕ ਜਵਾ ਦੀ ਰੋਟੀ ਦੇਵੇ ਇੱਕ ਆਬ ਦਾ ਪਿਆਲਾ। ਬਰਸ ਰੋਜ਼ ਉਸ ਵਿੱਚ ਕੈਦ ਦੇ ਰੋ ਦਿਵਸ ਗੁਜ਼ਾਰੇ, ਕਹੇ ਨਾ ਜਾਂਦੇ ਮੇਰੇ ਪਾਸੋਂ ਦੁੱਖ ਬਸੰਤ ਦੇ ਸਾਰੇ। ਸਾਰਾ ਦਿਵਸ ਪੀਸਦਾ ਚੱਕੀ ਬੈਠਾ ਕੁਮਰ ਅਕੇਲਾ, ਬਾਕੀ ਕਥਾ ਕਹੂੰਗੀ ਪਲਕੇ ਹੋਇਆ ਅੱਜ ਕਵੇਲਾ। ਇਤਨੀ ਕਥਾ ਸੁਣੀ ਮਾਲਨ ਤੋਂ ਰੂਪ ਨੈਣ ਭਰ ਆਇਆ, ਕੋਤਵਾਲ ਦੀ ਤਰਫੋਂ ਉਸਦਾ ਤਨ ਮਨ ਕੋਇਲੇ ਹੋਇਆ। ਉਸੇ ਵਕਤ ਬੁਲਾਇਆ ਯਾਰੋ ਲਾਲੂ ਨਾਮ ਕੁਮਿਆਰਾ, ਉਸੇ ਪਾਸੋਂ ਹਰ ਕਰ ਲਿਆ ਹਾਲ ਰੂਪ ਨੇ ਸਾਰਾ।
ਦੇ ਕੇ ਹੁਕਮ ਚੌਬਦਾਰ ਨੂੰ ਕੰਜਰੀ ਤੁਰਤ ਬੁਲਾਈ। ਉਸੇ ਵਕਤ ਹਥਕੜੀ ਲਗਾ ਕੇ ਹਵਾਲਾਤ ਵਿੱਚ ਪਾਈ। ਥੈਲੀ 1000 ਮੋਹਰ ਦੀ ਵਕਤ ਉਸੀ ਮੰਗਵਾਈ। ਆਪਣੇ ਦਸਤ ਰੂਪ ਨੇ ਯਾਰੋ ਮੱਲਨ ਨੂੰ ਪਕੜਾਈ। ਅਗਲੀ ਕਥਾ ਆਖ ਹੁਣ ਬੀਬੀ ਰਾਜੇ ਮੁਖੋ ਉਚਾਰੀ। ਜੋ ਮੰਗੋ ਸੋ ਦੇਵਾਂ ਤੈਨੂੰ ਕਥਾ ਸੁਣਾ ਦੇ ਸਾਰੀ। ਮੱਲਨ ਕਹੇ ਰੂਪ ਕੇ ਤਾਈ ਸੁਨ ਰਾਜਾ ਬਲਤਾਰੀ। ਕਥਾ ਬਸੰਤ ਕੁੰਵਰ ਦੀ ਤੈਨੂੰ ਆਖ ਸੁਣਾਵਾਂ ਸਾਰੀ। ਦੁਖ ਪਿਆ ਤੇ ਹਰ ਕੋਈ ਬੰਦਾ ਰਾਮ ਰਾਮ ਕਰ ਰੋਵੇ। ਦੌਲਤ ਰਾਮਾ ਬਿਨਾ ਪ੍ਰੇਨ ਦੇ ਹਰੀ ਦਿਆਲ ਨਾ ਹੋਵੇ। ਕੁੰਵਰ ਬਸੰਤ ਵਿੱਚ ਕੈਦ ਦੇ ਮਿਸ਼ਰ ਵਿੱਚ ਕੈਦ ਦੇ ਸਿਮਰੇ ਕੁੰਵਰ ਬਸੰਤ ਵਿੱਚ ਕੈਦ ਦੇ ਸਿਮਰੇ ਕ੍ਰਿਸ਼ਨ ਮੁਰਾਰੀ। ਵੀਰ ਤੇਰੇ ਦਾ ਪ੍ਰੇਮ ਦੇਖ ਕੇ ਦਿਆਲ ਪਏ ਗਿਰਦਾਰੀ। ਵਰਸ ਰੋਜ਼ ਜਦ ਪੂਰਾ ਹੋਇਆ ਰੱਬ ਸਬੱਬ ਬਣਾਇਆ। ਸ਼ਾਹੂਕਾਰ ਪਰਦੇਸੀ ਕੋਈ ਸ਼ਹਿਰ ਮਿਸ਼ਰ ਵਿੱਚ ਆਇਆ। ਵਰਸ ਰਾਜ ਹੋਇਆ ਇਸ ਗੱਲ ਨੂੰ ਸਾਰੇ ਗੱਲ ਉਜਾਗਰ। ਅਚਨਚੇਤ ਜਹਾਜ਼ ਉਸਦਾ ਅਟਕ ਗਿਆ ਵਿੱਚ ਸਾਗਰ। ਤੁਰੇ ਜਹਾਜ਼ ਨਾ ਹਰਗਿਜ਼ ਉਸਦਾ ਜਤਨ ਬਥੇਰੇ ਕੀਤੇ। ਆਖਰਕਾਰ ਉਸਨੇ ਰਾਜਾ ਸਦ ਜੋਤਸ਼ੀ ਲੀਤੇ। ਜੋਤਸ਼ੀਆਂ ਨੂੰ ਕਹੇ ਸੁਦਾਗਰ ਜੋ ਮੰਗੋ ਸੋ ਪਾਵੋ। ਜਿਸ ਵਿਦ ਤੁਰੇ ਜਹਾਜ਼ ਹਮਾਰਾ ਜਲਦੀ ਜਤਨ ਬਤਾਵੋ। ਬਲੀ ਆਦਮੀ ਕੀ ਤੁਮ ਦੇ ਹੋ ਜੋਤਸ਼ੀਆਂ ਫਰਮਾਇਆ। ਇਹ ਗੱਲ ਸੁਣ ਕੇ ਤੁਰਤ ਸੁਦਾਗਰ ਪਾਸ ਤੁਮਾਰੇ ਆਇਆ। ਤੇਰੇ ਪਾਸ ਆਣ ਕੇ ਉਸਨੇ ਹਾਲ ਤਮਾਮ ਸੁਣਾਇਆ। ਸੁਣ ਕੇ ਅਰਜ ਉਸ ਦੀ ਸ਼ਾਹ ਰਹਿਮ ਤੇਰੇ ਦਿਲ ਆਇਆ। ਕੋਤਵਾਲ ਨੂੰ ਸੱਦੇ ਆਪਨੇ ਇਹੋ ਹੁਕਮ ਸੁਣਾਇਆ। ਕੈਦੀ ਏਕ ਦਿਓ ਇਸ ਨੂੰ ਹੁਕਮ ਹਜੂਰ ਅਲਾਇਆ। ਇਹ ਗੱਲ ਸੁਣ ਕੇ ਉਸੇ ਵੇਲੇ ਉਸ ਕੋਤਵਾਲ ਮੁਕਾਲੇ। ਕੈਦੋ ਕੱਢ ਬਸੰਤ ਕੁੰਵਰ ਨੂੰ ਕੀਤਾ ਉਸ ਹਵਾਲੇ। ਲੇਕਰ ਸਾਧ ਬਸੰਤ ਕੁੰਵਰ ਨੂੰ ਸ਼ਾਹੂਕਾਰ ਵਪਾਰੀ। ਪਹੁੰਚਾ ਜਾ ਕੇ ਸਿੰਧ ਕਿਨਾਰੇ ਪਿੱਛੇ ਨਗਰੀ ਸਾਰੀ। ਸ਼ਾਹੂਕਾਰੇ ਕੁਲ ਸ਼ਹਿਰ ਵਿੱਚ ਸਾਰੇ 100 ਰੁਪਇਆ ਸੀ। ਸ਼ਾਹੂਕਾਰ ਨੇ ਬਲੀ ਵਾਸਤੇ ਕੈਦੀ ਜਦੋਂ ਲਿਆ ਸੀ। ਸਾਰਾ ਸ਼ਹਿਰ ਦੇਖਦਾ ਸ਼ਾਹ ਬੈਠਾ ਸਿੰਧ ਕਿਨਾਰੇ। ਸ਼ਾਹੂਕਾਰ ਬਸੰਤ ਕੁੰਵਰ ਨੂੰ ਵਚਨ ਕਠੋਰ ਉਚਾਰੇ। ਜੋ ਖਾਣਾ ਸੋ ਖਾ ਲੈ ਲੜਕੇ ਪੀ ਲੈ ਜੋ ਕੁਝ ਪੀਣਾ। ਇਸ ਜਗਤ ਵਿੱਚ ਬਾਕੀ ਤੇਰਾ 2 ਘੜੀਆਂ ਦਾ ਜੀਣਾ। ਇਹ ਗੱਲ ਸੁਣ ਕੇ ਕੁੰਵਰ ਬਸੰਤੇ ਜਰਾ ਸੋਗਨਾ ਕਰਿਆ। ਕਰ ਇਸ਼ਨਾਨ ਸਮੁੰਦਰ ਵਿੱਚੋਂ ਧਿਆਨ ਹਰੀ ਦਾ ਧਰਿਆ। ਚੀਚੀ ਵੱਢ ਬਸੰਤ ਕੁੰਵਰ ਨੇ ਛਿਟ ਲਹੂ ਦੀ ਪਾਈ। ਉਸੇ ਵਕਤ ਜਹਾਜ਼ ਤੁਰ ਪਿਆ ਦਿਆਲ ਪੇ ਰਘੁਰਾਈ। ਸ਼ਾਹੂਕਾਰ ਨੇ ਗਰਜ ਵਾਸਤੇ ਕੁੰਵਰ ਬਸੰਤ ਬੁਲਾਇਆ। ਪੁੱਤਰ ਧਰਮ ਦਾ ਕਰਕੇ ਉਸਨੂੰ ਵਿੱਚ ਜਹਾਜ਼ ਚੜਾਇਆ। ਇਹ ਗੱਲ ਸੁਣ ਕੇ ਸ਼ਾਹੂਕਾਰ ਦੇ ਫਿਰ ਗਏ ਮੁਖ ਜਰਦਾਈ। ਦਿਲ ਵਿੱਚ ਪਿਆ ਵਿਚਾਰਾ ਕਰਦਾ ਮੌਤ ਮੇਰੀ ਹੁਣੇ ਆਈ। ਥਰ ਥਰ ਕੰਬਦਾ ਪਾਪੀ ਪੇਸ਼ ਕੋਈ ਨਾ ਜਾਵੇ। ਜੈਸਾ ਬੀਜ ਬੀਜਦਾ ਪ੍ਰਾਣੀ ਫਲ ਤੈਸਾ ਹੀ ਪਾਵੇ। ਮੱਲਨ ਕਹੇ ਧਿਆਨ ਕਰ ਰਾਜਾ ਮੈਂ ਤੁਝ ਕੋ ਸਮਝਾਵਾਂ। ਕਥਾ ਬਸੰਤ ਕੁੰਵਰ ਦੀ ਤੈਨੂੰ ਸਾਰੀ ਆਖ ਸੁਣਾਵਾਂ। ਦਿੱਤਾ ਹੁਕਮ ਸੁਦਾਗਰ ਜਾਦੇ ਤੁਰਤ ਜਹਾਜ਼ ਚਲਾਇਆ। 6ਵੇਂ ਮਾਹ ਜਹਾਜ਼ ਉਸਨੇ ਬ੍ਰਹਮਾ ਦੇਸ਼ ਲਗਾਇਆ। ਕਾਮ ਰੂਪ ਸੀ ਰਾਜਾ ਸ਼ਾਹ ਉਸ ਦੇਸ਼ ਦਾ ਮਾਲਕ। ਦਿਆਵਾਨ ਅਰਵਰਨ ਛਤਰੀ ਦੀਨਾ ਦਾ ਰਛਪਾਲਕ। ਸ਼ਾਹੂਕਾਰ ਨੇ ਡੇਰਾ ਕੀਤਾ ਬਾਗ ਉਸ ਦੇ ਵਿੱਚ ਜਾ ਕੇ। ਕਾਮ ਰੂਪ ਦਾ ਸ਼ਹਿਰ ਦੇਖਣ ਆਇਆ ਹੁਮਾ ਕੇ। ਆਏ ਲੋਕ ਸ਼ਹਿਰ ਦੇ ਸਾਰੇ ਸ਼ਾਹੂਕਾਰ ਨੂੰ ਵੇਖਣ। ਸਾਰੇ ਤਰਫ ਬਸੰਤ ਕੁੰਵਰ ਦੀ ਵਾਂਗ ਚੰਦਰਮਾ ਦੇਖਣ। ਸੋਹਣੀ ਸ਼ਕਲ ਬਸੰਤ ਕੁੰਵਰ ਦੀ ਲੱਗਦੀ ਸਭ ਨੂੰ ਪਿਆਰੀ। ਸਾਰੇ ਕਰਨ ਤਾਰੀਫਾ ਉਸਦੀ ਕਿਆ ਪੁਰਖਾ ਕਿਆ ਨਾਰੀ। ਜਾਗੇ ਪਾਗ ਬਸੰਤ ਕੁੰਵਰ ਦੇ ਉਸ ਦੇਸ਼ ਵਿੱਚ ਜਾ ਕੇ। ਕੱਟੇ ਕਸ਼ਟ ਹਰੀ ਨੇ ਉਸਦੇ ਦ੍ਰਿਸ਼ ਦੀ ਆਦੀ ਪਾ ਕੇ। ਕਾਮਰੂਪ ਦੀ ਲੜਕੀ ਸ਼ਾਹ ਉਸ ਬਾਗ ਵਿੱਚ ਆਈ। ਸੋਹਣੀ ਸ਼ਕਲ ਕੁੰਵਰ ਬਸੰਤ ਦੀ ਉਸ ਲੜਕੀ ਮਨ ਪਾਈ। ਉਸ ਲੜਕੀ ਨੇ ਆਪਣੇ ਦਿਲ ਵਿੱਚ ਪਤੀ ਬਸੰਤ ਬਣਾਇਆ। ਵੀਰ ਤੇਰੇ ਦਾ ਮੇਲ ਹਰੀ ਨੇ ਉਸਦੇ ਨਾਲ ਮਿਲਾਇਆ। ਚੰਦਰਬਦੰਸੀ ਨਾਮ ਉਸਦਾ ਹੈ ਸੀ ਜਸਤ ਵਾਲੀ। ਜੋ ਕੁਝ ਬੋਲੇ ਸੁਖਨ ਜਵਾਨੋ ਕਦੇ ਨਾ ਜਾਵੇ ਖਾਲੀ। ਵਿਦਿਆਵਾਨ ਧਰਮ ਵਿੱਚ ਪੂਰੀ ਸੱਚ ਜਵਾਨੋ ਪਾਖੇ। ਮਾਈ ਬਾਪ ਸੀਸ ਪਰਮਾਂਦੇ ਜੋ ਕੁਛ ਮੂੰਹੋਂ ਆਖੇ। ਉਸ ਲੜਕੀ ਨੂੰ ਮਾਈ ਬਾਪ ਨੇ ਬਹੁਤ ਵਾਰ ਸਮਝਾਇਆ। ਸ਼ਾਦੀ ਨਾ ਕਰਵਾਈ ਉਸਨੇ ਜ਼ੋਰ ਬਥੇਰਾ ਲਾਇਆ। ਕਿਹਾ ਉਸਨੇ ਮਾਈ ਬਾਪ ਨੂੰ ਆਗਿਆ ਤੁਮਰੀ ਪਾਊਂ। ਨਾਲ ਅੱਖਾਂ ਦੇ ਪਤੀ ਦੇਖ ਕੇ ਸ਼ਾਦੀ ਮੈਂ ਕਰਵਾਊਂ। ਉਸ ਦਿਨ ਸ਼ਕਲ ਬਸੰਤ ਕੁੰਵਰ ਦੀ ਲੱਗੀ ਉਸਨੂੰ ਪਿਆਰੀ। ਕਰਮ ਸੰਜੋਗ ਨਾ ਮਿਟਦੇ ਸਾਹਾ ਜੋ ਕੁਝ ਲੇਖ ਲਿਖਾਰੀ। ਉਸ ਲੜਕੀ ਨੇ ਕਰੀ ਬੇਨਤੀ ਮਾਈ ਬਾਪ ਪਾਸ ਜਾ ਕੇ। ਸ਼ਾਦੀ ਮੈਂ ਕਰਵਾਣੀ ਚਾਹਾਂ ਆਗਿਆ ਤੁਮਰੀ ਪਾ ਕੇ। ਇਹ ਗੱਲ ਸੁਣ ਕੇ ਕਾਮਰੂਪ ਨੇ ਸ਼ੁਕਰ ਹਜ਼ਾਰ ਮਨਾਇਆ। ਉਸ ਵੇਲੇ ਕਲ ਸੰਤਰੀ ਸ਼ਾਹੂਕਾਰ ਬੁਲਾਇਆ। ਸ਼ਾਹੂਕਾਰ ਤੇ ਕੁੰਵਰ ਬਸੰਤਾ ਦੋਵੇਂ ਉੱਠ ਕਰ ਤਾਏ। ਕਾਮਰੂਪ ਰਾਜੇ ਨੂੰ ਉਹਨਾਂ ਜਾ ਕਰ ਸ਼ੀਸ਼ ਨਿਵਾਏ। ਕਾਮਰੂਪ ਨੂੰ ਸ਼ਕਲ ਕੁੰਵਰ ਦੀ ਲੱਗੀ ਬਹੁਤ ਪਿਆਰੀ। ਆਦਰ ਨਾਲ ਬਿਠਾਇਆ ਉਸਨੇ ਕੀਤੀ ਖਾਤਰਦਾਰੀ। ਰਾਜਾ ਕਹੇ ਬਸੰਤ ਕੁੰਵਰ ਨੂੰ ਕਿਆ ਹੈ ਨਾਮ ਤੁਮਾਰਾ। ਕੌਣ ਜਾਤ ਅਰ ਵਰਨ ਤੁਮਾਰਾ ਹਾਲ ਸੁਣਾਓ ਸਾਰਾ। ਇਹ ਗੱਲ ਸੁਣ ਕੇ ਕੁੰਵਰ ਬਸੰਤੇ ਤੁਰਤ ਜਵਾਬ ਸੁਣਾਇਆ। ਚੰਦਰਵਸ਼ ਅਰ ਵਰਨ ਛਤਰੀ ਨਾਮ ਬਸੰਤ ਬਤਾਇਆ। ਰਾਜਾ ਪੁੱਛਦਾ ਸ਼ਾਹੂਕਾਰ ਤੋਂ ਕਿਆ ਲੱਗਦਾ ਹੈ ਤੇਰਾ।
ਸ਼ਾਹੂਕਾਰ ਆਖਦਾ ਸ਼ਾਹ ਸਕਾ ਪੁੱਤਰ ਹੈ ਮੇਰਾ। ਇਹ ਗੱਲ ਸੁਣ ਕੇ ਕਾਮਰੂਪ ਨੇ ਲੱਖ ਲੱਖ ਖੁਸ਼ੀ ਮਨਾਈ। ਉਸੇ ਵੇਲੇ ਸ਼ਾਹੂਕਾਰ ਨੂੰ ਦਿੱਤੀ ਨਿਰਭ ਵਧਾਈ। ਕੁਲ ਦੀ ਰੀਤ ਸ਼ਗਨ ਸਭ ਕੀਤੇ, ਪੰਡਤਾਂ ਨੂੰ ਸਦਵਾ ਕੇ ਪਾਇਆ ਸ਼ਗਨ ਕੁਮਰ ਦੀ ਚੋਲੀ। ਆਦਿ ਗਣੇਸ਼ ਮਨਾ ਕੇ ਦੂਜੇ ਦਿਨ ਦਾ ਸਾਹਾ ਸਦਾਇਆ, ਵਜਨ ਲਗੀ ਵਧਾਈ। ਖੁਸ਼ ਦਿਲ ਹੋ ਕੇ ਕਾਮਰੂਪ ਨੇ ਸ਼ਾਦੀ ਖੂਬ ਰਚਾਈ। ਦੂਜਾ ਦਿਨ ਜਦ ਹੋਇਆ ਰਾਜੇ ਕਰੀ ਵਿਆਹ ਦੀ ਤਿਆਰੀ। ਫੇਰੇ ਹੋਏ ਤੇਰੇ ਵੀਰ ਦੇ ਮੰਗਲ ਗਾਵੇ ਨਾਰੀ। ਵੇਦ ਅਨੁਸਾਰ ਕਰੀ ਸਭ ਰੀਤੀ ਬੇਦੀ ਦਾ ਗੜਵਾਈ। ਬਹੁਤੇ ਹੋਰ ਘਰਾਂ ਕੀ ਚੇੜੇ ਤੀ ਰਾਜੇ ਪਰਨਾਈ। ਦੇ ਕੇ ਦਾਜ ਦਹੇਜ ਪੂਬ ਨੇ ਕੰਨਿਆ ਡੋਲੀ ਪਾਈ। ਹੱਤੀ ਜਾ ਕੇ ਕਾਮਰੂਪ ਨੇ ਆਪ ਜਹਾਜ਼ ਚੜਾਈ। ਰਾਜੇ ਕਿਹਾ ਸ਼ਾਹੂਕਾਰ ਨੂੰ ਕੰਨਿਆ ਤੁਮਾਰੀ ਹੋਈ। ਦੇਣਾ ਫਿਰ ਦੀਦਾਰ ਅਸਾਂ ਨੂੰ ਕਰੀ ਰੂਪ ਅਰਜੋਈ। ਦੋਵੇਂ ਤਰਫਾਂ ਦਸਤ ਜੋੜ ਕੇ ਰਾਮ ਰਾਮ ਕਹਿ ਲੀਤਾ। ਉਸੇ ਵਕਤ ਜਹਾਜ਼ ਤੁਰ ਪਿਆ ਹੁਕਮ ਸੁਦਾਗਰ ਕੀਤਾ। ਚੰਦਰ ਵਦਨ ਤੇ ਕੁਮਰ ਬਸੰਤਾ ਲੱਗੇ ਐਸ਼ੋ ਡਾਵਨ। ਜੈਸੇ ਮੋਰ ਹੋਵਦਾ ਰਾਜੀ ਨਿਰਖ ਨੈਣ ਕੰਸਾਵਨ। 7 ਮਹੀਨੇ ਸਾਗਰ ਦੇ ਵਿੱਚ ਰਹੇ ਬਹਾਰਾਂ ਕਰਦੇ। ਹੋਣੀ ਵਰਤੀ ਫੇਰ ਰਾਜਿਆਂ ਨਾਲ ਬਸੰਤ ਕੁਮਰ ਦੇ। ਇੱਕ ਦਿਨ ਬੇਟੀ ਕਾਮਰੂਪ ਦੀ ਲੱਗੀ ਕੇਸੀ ਨਾਵਨ। ਕਰ ਇਸ਼ਨਾਨ ਬੈਠ ਗਈ ਰਾਣੀ ਧੁੱਪੇ ਵਾਲ ਸੁਕਾਵਨ। ਸ਼ਾਹੂਕਾਰ ਨੇ ਅਚਨਚੇਤੀ ਨਜ਼ਰ ਉਸ ਵੱਲ ਕੀਤੀ। ਸੋਹਣੀ ਸ਼ਕਲ ਦੇਖ ਰਾਣੀ ਦੀ ਕਰ ਬੈਠਾ ਬਦਨੀਤੀ। ਬੇਈਮਾਨ ਹੋ ਗਿਆ ਵਪਾਰੀ ਕਹਾਂ ਕੀ ਹੋ ਰਖਵਾਲਾ। ਨੌ ਦੀ ਤਰਫ ਤਕਾਵੇ ਪਾਪੀ ਦੇਖ ਕਤੂ ਦਾ ਚਾਲਾ। ਦੇਖੋ ਪਾਪੀ ਸ਼ਾਹੂਕਾਰ ਨੇ ਕੈਸਾ ਜ਼ੁਲਮ ਕਮਾਇਆ। ਤੱਕਾ ਦੇ ਕੇ ਕਮਰ ਬਸੰਤਾ ਸਾਗਰ ਵਿੱਚ ਰੁੜਾਇਆ। ਜਿਸ ਦੀ ਬਦਲੇ ਧਰਮ ਗਾਲਿਆ ਸ਼ਾਹੂਕਾਰ ਵਪਾਰੀ। ਸਭਾ ਤੇਰੀ ਵਿੱਚ ਬੈਠੀ ਰਾਜਾ ਵੀਰ ਤੇਰੇ ਦੀ ਨਾਰੀ। ਸ਼ਾਹੂਕਾਰ ਵੀ ਬੈਠਾ ਰਾਜਾ ਸਭਾ ਤੇਰੀ ਵਿੱਚ ਆ ਕੇ। ਜਿਸਨੇ ਤੇਰਾ ਵੀਰ ਮਰਾਇਆ ਸਾਗਰ ਵਿੱਚ ਰੁੜਾ ਕੇ। ਜਦੋਂ ਇਤਨਾ ਸੁਖਮ ਜਵਾਨੋ ਤੀ ਮਾਲਨ ਦੀ ਬੋਲੀ। ਉਸੇ ਵੇਲੇ ਪੂਪ ਰੋਬ ਦੇ ਲੱਗੀ ਜਿਗਰ ਵਿੱਚ ਗੋਲੀ। ਸ਼ਾਹੂਕਾਰ ਨੇ ਉਸੇ ਵੇਲੇ ਬਦਾ ਮੁਸ਼ਕਾ ਪਾ ਕੇ ਹਵਾਲਾਤ ਵਿੱਚ ਦਾਖਲ ਕੀਤਾ। ਗਲ ਵਿੱਚ ਤੋਕ ਅੜਾ ਕੇ ਚੰਦਰਵਦਨ ਰਾਣੀ ਨੂੰ ਰਾਜੇ ਮਹਿਲਾਂ ਵਿੱਚ ਪਹੁੰਚਾਇਆ। ਸੁਣੀ ਵੀਰ ਦੀ ਮੌਤ ਰੂਪ ਰੋ ਰੋ ਹਾਲ ਵੰਜਾਇਆ। ਰੂਪ ਆਖਦਾ ਮਾਲਨ ਤਾਈ ਕਥਾ ਕਹੀ ਤੇ ਕੀਤੀ। ਵੀਰ ਮੇਰੇ ਦੀ ਮੌਤ ਆਖ ਕੇ ਜਾਨ ਮੇਰੀ ਵਡ ਲੀਤੀ। ਸੁਣ ਕੇ ਤੇਰੇ ਸੁਖਨ ਮਾਲ ਨੇ ਸੀਨਾ ਮੇਰਾ ਸੜਿਆ। ਆਖ ਸ਼ਦਾਵੀ ਵੀਰਨ ਮੇਰਾ ਡੁੱਬ ਮੋਇਆ ਕੇ ਤਰਿਆ। ਮਾਲਨ ਕਹੇ ਰਾਮ ਕੋ ਰਾਜਾ ਸਾਰੇ ਕੰਮ ਸਵਾਰੇ। ਕੌਣ ਉਹਨਾਂ ਨੂੰ ਡੋਬੇ ਸ਼ਾਹ ਰਾਮ ਜਿਨ੍ਹਾਂ ਨੂੰ ਤਾਰੇ। ਗਿਰਦੇ ਸਾਰ ਬਸੰਤ ਕੁਮਰ ਨੇ ਹਰ ਕਾ ਨਾਮ ਚਿਤਾਰਾ। ਉਸੇ ਵਕਤ ਪ੍ਰਗਟ ਹੋ ਗਿਆ ਹਰ ਭਗਤਾਂ ਦਾ ਪਿਆਰਾ। ਰੂਪ ਮਚਦਾ ਤਰਕੇ ਹਰ ਨੇ ਲਾਇਆ ਕੁਮਰ ਕਿਨਾਰੇ। ਕੌਣ ਉਸ ਨੂੰ ਮਾਰੇ ਰਾਜਾ ਹਰ ਜਿਸ ਦੇ ਰਖਵਾਰੇ। ਕਾਟ ਮਿਸ਼ਰ ਦੇ ਲਾਇਆ ਉਸਨੂੰ ਦੀਨ ਬੰਦ ਗਿਰਦਾਰੀ। ਪਤਨ ਦੇਖ ਮਿਸ਼ਰ ਦਾ ਉਸਨੇ ਛਾਲ ਮੱਚ ਤੋਂ ਮਾਰੀ। ਉਸ ਜਗ੍ਹਾ ਪਰ ਪਾਣੀ ਤਾਰੂ ਲੱਗਾ ਗੋਤੇ ਖਾਵਨ। ਓਂਕਾਰ ਭਗਤਾਂ ਦੇ ਰਕਸ਼ਕ ਤੁਰਤ ਸਬਬ ਬਨਾਵਨ। ਸੋਮਦੱਤ ਮਾਲੀ ਜੋ ਤੇਰਾ ਜੰਗਲ ਦਿਸ਼ਾ ਗਿਆ ਸੀ। ਗੋਤੇ ਖਾਂਦਾ ਕੁਮਰ ਉਸ ਨੂੰ ਦੂਰੋਂ ਨਜ਼ਰ ਪਿਆ ਸੀ। ਉਸ ਮਲੀ ਨੇ ਵੀਰ ਤੇਰੇ ਨੂੰ ਫੜਿਆ ਗੋਤੇ ਖਾਂਦਾ। ਬੇਸੁੱਧ ਹੋਇਆ ਕੁਮਰ ਉਸ ਨੇ ਕਰ ਨੂੰ ਚੁੱਕ ਲਿਆਂਦਾ। 2 ਕੁੜੀਆਂ ਦੇ ਬਾਅਦ ਰਾਜਾ ਸੂਰਤੀ ਉਸ ਨੂੰ ਆਈ। ਸੁਣ ਕੇ ਆਪਣੀ ਹਾਲਤ ਸਾਨੂੰ ਸਾਰੀ ਆਖ ਸੁਣਾਈ। ਸੁਣ ਕੇ ਤੇਰਾ ਨਾਮ ਅਸਾਂ ਨੇ ਲੱਖ ਸ਼ੁਕਰਾਨਾ ਕੀਤਾ। ਸੇਵਾ ਕੀਤੀ ਵੀਰ ਤੇਰੇ ਦੀ ਜੋ ਕੁਝ ਸਾਥੋਂ ਸਰਿਆ। 8 ਰੋਜ਼ ਤਦ ਬੀਤੇ ਸ਼ਾਹੂਕਾਰ ਵੀ ਆਇਆ। ਦੀਨਬੰਦ ਹਰੀ ਨੇ ਉਸਦਾ ਆਪ ਸਬੱਬ ਬਣਾਇਆ। ਆਇਆ ਬੇੜਾ ਸ਼ਾਹੂਕਾਰ ਦਾ ਖਬਰ ਕੁਮਰ ਨੂੰ ਹੋਈ। ਉਸੇ ਵਕਤ ਮਾਂ ਮੇਰੀ ਅੱਗੇ ਕਰੀ ਕੁਮਰ ਅਰਜੋਈ। ਮਾਂ ਮੇਰੀ ਨੂੰ ਜਾ ਕੇ ਸ਼ਾਹ ਰਾਣੀ ਨੂੰ ਸਿਖਲਾਇਆ। ਉਸਨੇ ਪਾਪੀ ਸ਼ਾਹੂਕਾਰ ਨੂੰ ਸਵਾਲ ਕਥਾ ਦਾ ਪਾਇਆ। ਸ਼ਾਹੂਕਾਰ ਨੇ ਵਿਸ਼ੇ ਵਾਸਤੇ ਸਵਾਲ ਤੁਸਾਂ ਨੂੰ ਕੀਤਾ। ਜੈਸੀ ਕਰਨੀ ਕਰੀ ਦੁਸ਼ਟ ਨੇ ਤੈਸਾ ਹੀ ਫਲ ਲੀਤਾ। 8 ਦਿਨਾਂ ਦਾ ਕੁਮਰ ਬਸੰਤਾ ਕਰੀ ਅਸਾਡੇ ਰਹਿੰਦਾ। ਦਮ ਦਮ ਯਾਦ ਕਰੇ ਉਹ ਤੈਨੂੰ ਪੈਂਦਾ ਉੱਠਦਾ ਬਹਿੰਦਾ। ਸੁਣ ਕੇ ਇਤਨੀ ਗੱਲ ਰੂਪ ਨੇ ਕੀਤੀ ਲੱਖ ਲੱਖ ਸ਼ਾਦੀ। ਦੀਨਾ ਨਿਆਤ ਦਿਆਲ ਹਰੀ ਨੇ ਕੀਤੀ ਫਿਰ ਆਬਾਦੀ। ਰੂਪ ਆਖਦਾ ਮਾਲਨ ਤਾਈ ਦਾਨ ਵੀਰ ਦਾ ਪਾ ਦੇ। ਰਾਜ ਮਿਸ਼ਰ ਦਾ ਸਹਾਰਾ ਲੈ ਲੈ ਵੀਰਨ ਮੇਰਾ ਮਿਲਾ ਦੇ। ਮਾਲਨ ਕਹੇ ਰਾਜਿਆ ਮੈਨੂੰ ਲੋੜ ਰਾਜ ਦੀ ਨਾਹੀ। ਤੈਨੂੰ ਰਾਜ ਮੁਬਾਰਕ ਹੋਵੇ ਫਜ਼ਲ ਕਰੇ ਰਬ ਸਾਈਂ। ਅਰਜ ਮੇਰੀ ਇੱਕ ਮਾਨੋ ਰਾਜਾ ਵੀਰਨ ਤੇਰਾ ਮਿਲਾਵਾਂ। ਜਾ ਕਰ ਕਰੀ ਬਸੰਤ ਕੁਮਰ ਨੂੰ ਵਿੱਚ ਸਭਾ ਦੇ ਲਿਆਵਾਂ। ਕੋਤਵਾਲ ਜ਼ਾਲਮ ਤੋਂ ਮੈਨੂੰ ਲੈ ਦੇ ਉਸਦੇ ਸ਼ਸਤਰ। ਕੁਮਰ ਬਸੰਤਾ ਮਿਲੇਗਾ ਤੈਨੂੰ ਲਾ ਕੇ ਸ਼ਸਤਰ ਵਸਤਰ। ਇਹ ਗੱਲ ਸੁਣ ਕੇ ਰੂਪ ਪੂਪ ਨੇ ਦੇਰ ਜਰਾ ਨਾ ਲਾਈ। ਇੱਕ ਪੁਸ਼ਾਕ ਰੇਸ਼ਮੀ ਯਾਰੋ ਮਾਲਨ ਨੂੰ ਪਕੜਾਈ। 5 ਸ਼ਸਤਰ ਦਿੱਤੇ ਰੂਪ ਨੇ ਉਸੀ ਵਕਤ ਮੰਗਾ ਕੇ। ਮਾਲਨ ਵਿਦਾ ਸਭਾ ਤੋਂ ਹੋਈ ਇੰਜਨ ਰੂਪ ਦਾ ਪਾ ਕੇ। ਕਮਰ ਮਾਲੀਆਂ ਦੇ ਕਰ ਆਇਆ ਹੋਈ ਕਥਾ ਸੰਪੂਰਨ। ਦੌਲਤ ਰਾਮਦਾਸ ਦੀ ਹਰ ਨੇ ਆਸਾ ਕੀਤੀ ਪੂਰਨ। ਕਮਰ ਮਾਲੀਆਂ ਦੇ ਕਰ ਆਇਆ ਹੋਈ ਕਥਾ ਸੰਪੂਰਨ। ਦੌਲਤ ਰਾਮਦਾਸ ਦੀ ਹਰ ਨੇ
ਆਸਾ ਕੀਤੀ ਪੂਰਨ। ਬਸੰਤ ਨੇ ਵਸਤਰ ਪਹਿਨ ਕੇ ਸਭਾ ਵਿੱਚ ਆਵਣਾ। ਲਾਹੇ ਕੱਪੜੇ ਕੁਮਰ ਜਨਾਨੀਆਂ ਦੇ, ਜਾਮਾ ਮਰਦ ਦਾ ਅੰਗ ਲਾਇਆ ਈ। ਵਸਤਰ ਪਾਤੇ ਪੰਜੇ ਸ਼ਸਤਰ ਸਿਧਾ ਕੇ, ਰੂਪ ਦੀ ਸਭਾ ਨੂੰ ਤਾਇਆ ਈ। ਧਿਆਨ ਰੂਪ ਦਾ ਵੀ ਉਸੇ ਤਰਫ ਆਹਾ, ਜਾਣ ਭੁੱਖਿਆ ਨੂੰ ਅਨ ਦਿਸਾਇਆ ਈ। ਚਲੋ ਚਾਲ ਬਸੰਤ ਵੀ ਆਣ ਪਹੁੰਚਾ, ਪੈਰ ਸਭਾ ਦੇ ਵਿੱਚ ਟਿਕਾਇਆ ਈ। ਸਾਰੀ ਸਭਾ ਨੇ ਗੁਮਰ ਦਾ ਅਦਬ ਕੀਤਾ, ਹੱਥ ਜੋੜ ਪ੍ਰਣਾਮ ਬੁਲਾਇਆ ਈ। ਪਕੜੇ ਰੂਪ ਦੇ ਪੈਰ ਬਸੰਤ ਜੀ ਨੇ, ਨਾਲ ਆਜ ਜੀ ਸ਼ੀਸ਼ ਨਿਵਾਇਆ ਈ। ਹੋਇਆ ਜਰਾ ਵੀ ਹਟਣਾ ਰੂਪ ਕੋਲੋਂ, ਨੈਣੀ ਰੋਂਦਿਆਂ ਨੀਰ ਚਲਾਇਆ ਈ। ਜਫੀ ਪਾਲੀ ਰੂਪ ਨੇ ਵੀਰ ਤਾਈ, ਕੁੱਟ ਕੁੱਟ ਕਲੇਜੜੇ ਲਾਇਆ ਈ। ਦੌਲਤ ਰਾਮ ਤੇ ਭਰਤ ਦਾ ਮੇਲ ਹੋਇਆ, ਰੋਏ ਰੋਏ ਵਹਿਰ ਵਹਾਇਆ ਈ। ਦਾਗ ਹਿਜ਼ਰ ਦਾ ਰੂਪ ਦੇ ਜਿਗਰ ਉਤੋਂ, ਨੀਰ ਨੈਣਾ ਦੇ ਨਾਲ ਗਵਾਇਆ ਈ। ਬਾਰ ਬਾਰ ਕਲੇਜੜੇ ਦੇ ਨਾਲ ਲਾਵੇ, ਗੋਇਆ ਲਾਲ ਕੰਗਾਲ ਨੇ ਪਾਇਆ ਈ। ਸਾਰਾ ਸ਼ਹਿਰ ਮੁਬਾਰਕਾਂ ਦੇਣ ਆਇਆ, ਪਾਈ ਰੂਪ ਨੂੰ ਰੱਬ ਮਿਲਾਇਆ ਈ। ਉਸੇ ਵਕਤ ਖਜ਼ਾਨਚੀ ਸੱਦ ਲੀਤਾ, ਰਾਜੇ ਪੁੰਨ ਤੇ ਦਾਨ ਕਰਵਾਇਆ ਈ। ਦੌਲਤ ਰਾਮ ਪਿਆੜੜੇ ਵੀਰ ਡਾਡੇ, ਮੋਹ ਰੱਬ ਜਹਾਨ ਤੇ ਪਾਇਆ ਈ। ਦੌਲਤ ਰਾਮ ਪਿਆਰੜੇ ਵੀਰ ਡਾਡੇ, ਮੋਹ ਰੱਬ ਜਹਾਨ ਤੇ ਪਾਇਆ ਈ। ਵਰਖਾ ਫੁੱਲਾਂ ਦੀ ਆਣ ਕੇ ਹੋਣ ਲੱਗੀ, ਬੈਠੇ ਤਖਤ ਦੇ ਉੱਤੇ ਦੋਵੇਂ ਕੋਰ ਯਾਰੋ, ਦੋਵੇਂ ਖੁਸ਼ੀ ਦੇ ਨਾਲ ਭਰਪੂਰ ਹੋਏ। ਗੋਇਆ ਫੁੱਲੀ ਉੱਤੇ ਆਇਆ ਪੋਰ ਯਾਰੋ, ਦੀਨਾਨਾਥ ਭਗਵਾਨ ਨੇ ਫਜ਼ਲ ਕੀਤਾ। ਹੋਏ ਰਾਜਨੀਤੀ ਵਾਲੇ ਤੋਰ ਯਾਰੋ, ਸਿਰ ਤੇ ਛਤਰ ਸੋਏ ਹੀਰੀ ਜੜਤ ਜੜਿਆ, ਨਾਲੇ ਢਾਲ ਦੇਣੀ ਨਫਰ ਚੋਰ ਯਾਰੋ। ਦੌਲਤ ਰਾਮ ਭਗਵਾਨ ਜੇ ਕਰੇ ਕਿਰਪਾ, ਸਭੇ ਜਾਮ ਦੇਣੀ ਕੰਮ ਸੋਰ ਯਾਰੋ। ਵਾਕ ਰੂਪ ਦਾ ਰੂਪ ਆਖਦਾ ਵੀਰ ਨਾ ਦੱਸ ਮੈਨੂੰ, ਤੇਰਾ ਅਦਲ ਹੁਣ ਕਿਵੇਂ ਠਹਿਰਾ ਦੇਵਾਂ। ਜਿਨ੍ਹਾਂ ਜ਼ਾਲਮਾਂ ਨੇ ਤੈਨੂੰ ਕਸ਼ਟ ਦਿੱਤੇ,
ਦੱਸ ਉਹਨਾਂ ਨੂੰ ਕੀ ਸਜ਼ਾ ਦੇਵਾਂ, ਜੇਕਰ ਕਹੇ ਤਾਂ ਚਵਾਂ ਨੂੰ ਚਿਖਾ ਪਾ ਕੇ, ਚਾਰੇ ਤਰਫ ਮੈਂ ਅੱਗ ਲਗਾ ਦੇਵਾਂ, ਜੇਕਰ ਕਹੇ ਤਾਂ ਵੱਢ ਕੇ ਕਰਾਂ ਟੋਟੇ, ਮਾਸ ਕੁੱਤਿਆਂ ਦੀ ਅੱਗੇ ਪਾ ਦੇਵਾਂ, ਜੇਕਰ ਕਹੇ ਤਾਂ ਰੱਖ ਕੇ ਤੋਪ ਅੱਗੇ, ਗੋਲਾ ਮਾਰ ਕੇ ਹੁਣੇ ਉਡਾ ਦੇਵਾਂ, ਜਿਹੜੇ ਤੋਰ ਹੋਵੇ ਤੇਰਾ ਚਿੱਤ ਰਾਜੀ, ਉਸੀ ਤੋਰ ਦੀ ਬਣਤ ਬਣਾ ਦੇਵਾਂ, ਦੌਲਤ ਰਾਮ ਜਵਾਨ ਤੇ ਆਖ ਮੈਨੂੰ, ਜਿੰਦ ਚਵਾਂ ਦੀ ਹੁਣੇ ਮੁਕਾ ਦੇਵਾਂ। ਬਾਗ ਬਸੰਤ ਦਾ। ਦੋਵੇਂ ਜੋੜ ਕੇ ਹੱਥ ਬਸੰਤ ਆਖੇ, ਮੇਰੇ ਲਈ ਨਾ ਕਿਸੇ ਨੂੰ ਮਾਰ ਪਾਈ, ਦੁਸ਼ਮਨ ਕੌਣ ਤੇ ਕੌਣ ਹੈ ਮੀਤ ਸਾਡਾ, ਮੇਲਾ ਜੱਗ ਵਾਲਾ ਦਿਨ ਚਾਰ ਪਾਈ, ਇਸੇ ਤਰ੍ਹਾਂ ਲਿਖਿਆ ਲੇਖ ਮੇਰਾ, ਦੇਵੇ ਕੌਣ ਤਕਦੀਰ ਨੂੰ ਡਾਰ ਪਾਈ, ਸਾਈਂ ਕਰਮ ਕੀਤਾ ਮੈਨੂੰ ਬਖਸ਼ ਲੀਤਾ, ਇਹ ਵੀ ਸ਼ੁਕਰ ਹੈ ਲੱਖ ਹਜ਼ਾਰ ਪਾਈ, ਦੌਲਤ ਰਾਮ ਸਿਰ ਕਿਸੇ ਦੋਸ਼ ਕਾਦਾ, ਮੇਰੇ ਨਾਲ ਹੋ ਗਈ ਹੁਣ ਹਾਰ ਪਾਈ।